Good morning, students. Today our topic is cyclotron, which is very important. So listen to me carefully, okay? Cyclotron. What is cyclotron? It is a device which is used to accelerate positively charged particle. ਕਹਿੰਦੇ ਇਹ ਕੀ ਹੈ, ਇੱਕ ਡਿਵਾਈਸ ਹੈ, ਇੱਕ ਇਹੋ ਜਿਹੀ ਮਸ਼ੀਨ ਹੈ ਜਿਹਦੇ ਨਾਲ ਆਪਾਂ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਨੂੰ ਐਸਲਰੇਟ ਕਰ ਸਕਦੇ ਹਾਂ। ਇਹ ਇਹਦੇ ਕੋਲ ਪਾਵਰ ਹੈ ਜਿਹਦੇ ਨਾਲ ਆਪਾਂ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਨੂੰ ਕੀ ਕਰ ਸਕਦੇ ਹਾਂ, ਐਸਲਰੇਟ। ਹੁਣ ਤੁਸੀਂ ਸੋਚੋਗੇ ਵੀ ਐਸਲਰੇਟ ਕਰਨ ਦਾ ਮਤਲਬ ਕੀ ਹੈ, ਵੀ ਆਪਾਂ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਨੂੰ ਐਸਲਰੇਟ ਹੀ ਕਿਉਂ ਕਰਦੇ ਹਾਂ। ਕਹਿੰਦੇ ਐਸਲਰੇਟ ਇਸ ਲਈ ਕੀਤਾ ਜਾਂਦਾ ਤਾਂ ਕਿ ਵੀ ਜਿਹੜਾ ਨਿਊਕਲੀਅਰ ਰਿਐਕਸ਼ਨਸ ਹੁੰਦੇ ਨੇ ਹੈ ਨਾ, ਤਾਂ ਉਹਦੇ ਵਿੱਚ ਨਿਊਕਲੀਅਸ ਨੂੰ ਤੋੜਨ ਦੇ ਲਈ ਆਪਾਂ ਨੂੰ ਕੁਛ ਚਾਰਜ ਪਾਰਟੀਕਲਸ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਚੱਲਦੇ ਨੇ, ਫਿਰ ਉਹ ਨਿਊਕਲੀਅਸ ਦੇ ਨਾਲ ਟਕਰਾ ਜਾਂਦੇ ਨੇ ਅਤੇ ਇਹਦੇ ਨਾਲ ਆਪਣਾ ਨਿਊਕਲੀਅਸ ਬ੍ਰੇਕ ਹੋ ਜਾਂਦਾ ਹੈ ਨਾ। ਇਹਦੇ ਲਈ ਆਪਾਂ ਨੂੰ ਮਤਲਬ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਨੂੰ ਐਸਲਰੇਟ ਕਰਨਾ ਪੈਂਦਾ, ਜਾਂ ਫਿਰ ਰੇਡੀਓ ਐਕਟੀਵਿਟੀ ਕੇਸ ਦੇ ਲਈ ਜ਼ਰੂਰੀ ਹੋ ਜਾਂਦਾ ਇਹ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਨੂੰ ਐਸਲਰੇਟ ਕਰਨਾ। ਓਕੇ ਬੇਟਾ। ਜਾਂ ਫਿਰ ਕਿਸੇ ਸੋਲਿਡ ਦੇ ਵਿੱਚ ਕਿਸੇ ਆਇਨ ਨੂੰ ਇਨਸਰਟ ਕਰਨਾ ਹੋਵੇ ਤਾਂ ਵੀ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਨੂੰ ਐਸਲਰੇਟ ਕਰਨਾ ਜ਼ਰੂਰੀ ਆ। ਓਕੇ ਜੀ। ਵੈਸੇ ਤਾਂ ਮੈਨੇ ਅੱਗੇ ਦੀ ਯੂਜ਼ਸ ਲਿਖੀਆਂ ਹੋਈਆਂ ਨੇ ਵੀ ਕਿੱਥੇ ਕਿੱਥੇ ਯੂਜ਼ ਹੋਊਗਾ ਸਾਈਕਲੋਟਰੋਨ, ਕਿੱਥੇ ਕਿੱਥੇ ਯੂਜ਼ ਹੋਊਗਾ ਪੋਜ਼ਿਟਿਵਲੀ ਚਾਰਜ ਪਾਰਟੀਕਲ, ਕਾਹਦੇ ਵਾਸਤੇ ਆਪਾਂ ਨੂੰ ਐਸਲਰੇਟ ਕਰਨ ਦੀ ਜ਼ਰੂਰਤ ਪਈ। ਉਂਝ ਤਾਂ ਆਪਾਂ ਬਾਈਕਸ ਵਗੈਰਾ ਸਕੂਟੀਜ਼ ਵਗੈਰਾ ਵਿੱਚ ਦੇਖਦੇ ਹਾਂ ਐਸਲਰੇਟਰ ਹੁੰਦਾ ਜਿਹਦੇ ਨਾਲ ਆਪਾਂ ਸਕੂਟੀ ਨੂੰ ਕੀ ਕਰਦੇ ਹਾਂ, ਐਸਲਰੇਟ ਕਰਦੇ ਹਾਂ, ਉਹਦੀ ਸਪੀਡ ਵਧਾਉਂਦੇ ਹਾਂ ਤਾਂ ਕਿ ਆਪਾਂ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਸਕੀਏ। ਤਾਂ ਇਸ ਲਈ ਮੈਂ ਤੁਹਾਨੂੰ ਦੱਸਦੀ ਹੈ ਵੀ ਇਹ ਕਿਹਦੇ ਵਿੱਚ ਯੂਜ਼ ਹੁੰਦਾ ਹੈ, ਨਿਊਕਲੀਅਰ ਰਿਐਕਸ਼ਨਸ ਦੇ ਵਿੱਚ ਯੂਜ਼ ਹੁੰਦਾ ਹੈ ਤਾਂ ਕਿ ਆਪਾਂ ਨਿਊਕਲੀਅਸ ਨੂੰ ਤੋੜ ਸਕੀਏ। ਅਤੇ ਹੋਰ ਕਿਹਦੇ ਵਿੱਚ ਯੂਜ਼ ਹੁੰਦਾ ਹੈ, ਆਇਨ ਨੂੰ ਇਨਸਰਟ ਕਰਨ ਦੇ ਲਈ ਇਨ ਅ ਸੋਲਿਡ, ਜਾਂ ਫਿਰ ਰੇਡੀਓ ਐਕਟੀਵਿਟੀ ਕੇ ਕਰਨ ਦੇ ਲਈ ਵੀ ਆਪਾਂ ਨੂੰ ਪੋਜ਼ਿਟਿਵਲੀ ਚਾਰਜ ਪਾਰਟੀਕਲ ਨੂੰ ਐਸਲਰੇਟ ਕਰਨ ਲਈ ਜ਼ਰੂਰਤ ਪੈਂਦੀ ਹੈ। ਓਕੇ ਬੇਟਾ। ਹੁਣ ਇਹਦਾ ਪ੍ਰਿੰਸੀਪਲ ਕੀ ਹੈ, ਇਹਦਾ ਪ੍ਰਿੰਸੀਪਲ ਕੀ ਹੈ, ਇਟ ਇਜ਼ ਬੇਸਡ ਔਨ ਫੈਕਟ ਦੈਟ ਚਾਰਜ ਪਾਰਟੀਕਲ ਕੈਨ ਬੀ ਐਸਲਰੇਟ। ਕਹਿੰਦੇ ਉਦੋਂ ਹੀ ਚਾਰਜ ਪਾਰਟੀਕਲ ਐਸਲਰੇਟ ਹੋ ਸਕਦਾ ਜਦੋਂ ਉਹਦੇ ਕੋਲ ਸਫੀਸ਼ੀਐਂਟ ਅਮਾਊਂਟ ਦੇ ਵਿੱਚ ਹਾਈ ਐਨਰਜੀ ਹੋਊਗੀ। ਸਫੀਸ਼ੀਐਂਟ ਅਮਾਊਂਟ ਦੇ ਵਿੱਚ ਹਾਈ ਐਨਰਜੀ ਕਦੋਂ ਮਿਲੂਗੀ, ਜਦੋਂ ਕਿਹਦੇ ਤੋਂ ਮਿਲੂਗੀ, ਬਾਏ ਔਸਲੇਟਿੰਗ ਇਲੈਕਟ੍ਰਿਕ ਫੀਲਡ ਐਂਡ ਯੂਨੀਫਾਰਮ ਮੈਗਨੈਟਿਕ ਫੀਲਡ। ਕਿਤੋਂ ਮਿਲੂਗੀ ਉਹਨੂੰ, ਜਦੋਂ ਆਪਾਂ ਔਸਲੇਟ ਕਰਾਂਗੇ ਇਲੈਕਟ੍ਰਿਕ ਫੀਲਡ ਨੂੰ ਐਂਡ ਆਪਣੇ ਕੋਲ ਮੈਗਨੈਟਿਕ ਫੀਲਡ ਕੀ ਹੋਊਗਾ, ਯੂਨੀਫਾਰਮ। ਇਹਦਾ ਪ੍ਰਿੰਸੀਪਲ ਆ, ਮਤਲਬ ਇਹ 'ਤੇ ਇਹ ਬੇਸ ਕਰੂਗਾ, ਬੇਸਡ ਹੈ ਇਹ। ਜੇ ਆਪਣੇ ਕੋਲ ਔਸਲੇਟਿੰਗ ਇਲੈਕਟ੍ਰਿਕ ਫੀਲਡ ਹੈ ਐਂਡ ਯੂਨੀਫਾਰਮ ਮੈਗਨੈਟਿਕ ਫੀਲਡ ਆ, ਇਹਦੇ ਤੋਂ ਇਹਨੂੰ ਸਫੀਸ਼ੀਐਂਟ ਅਮਾਊਂਟ ਦੇ ਵਿੱਚ ਹਾਈ ਐਨਰਜੀ ਮਿਲੂਗੀ ਤਾਂ ਹੀ ਇਹ ਐਸਲਰੇਟ ਹੋ ਸਕਦਾ ਚਾਰਜ ਪਾਰਟੀਕਲ। ਓਕੇ ਬੇਟਾ। ਹੁਣ ਕੰਸਟਰਕਸ਼ਨ ਆਪਾਂ ਬਾਅਦ 'ਚ ਪੜ੍ਹਦੇ ਹਾਂ, ਪਹਿਲਾਂ ਇਹਦੀ ਡਾਇਗਰਾਮ ਦੇਖਦੇ ਹਾਂ। ਓਕੇ, ਦਿਸ ਇਜ਼ ਅ ਡਾਇਗਰਾਮ। ਇਹਦੇ ਵਿੱਚ ਕੀ ਆ, ਮੈਨੇ ਦੋ ਪੋਲਸ ਲਗਾਏ ਹੋਏ ਨੇ, ਵਨ ਇਜ਼ ਨਾਰਥ ਪੋਲ ਐਂਡ ਅਨਦਰ ਵਨ ਇਜ਼ ਸਾਊਥ ਪੋਲ। ਨਾਰਥ ਪੋਲ ਐਂਡ ਸਾਊਥ ਪੋਲ ਕਿਉਂ ਲਗਾਇਆ ਹੋਇਆ, ਕਿਉਂਕਿ ਇਹਨਾਂ ਦੇ ਨਾਲ ਆਪਾਂ ਨੂੰ ਯੂਨੀਫਾਰਮ ਮੈਗਨੈਟਿਕ ਫੀਲਡ ਮਿਲੂਗਾ। ਯੂਨੀਫਾਰਮ ਮੈਗਨੈਟਿਕ ਫੀਲਡ ਆਪਾਂ ਨੂੰ ਪਤਾ ਜਿਹੜਾ ਮੈਗਨੈਟਿਕ ਫੀਲਡ ਹੁੰਦਾ ਉਹ ਇਟ ਇਜ਼ ਅ ਇਨਵਰਡ, ਮਤਲਬ ਇਹ ਹਮੇਸ਼ਾ ਹੀ ਕੀ ਹੁੰਦਾ, ਮੈਗਨੈਟਿਕ ਫੀਲਡ ਲਾਈਨਸ ਫਰੋਮ ਨਾਰਥ ਪੋਲ ਟੂ ਸਾਊਥ ਪੋਲ, ਮਤਲਬ ਐਵੇਂ ਟਰੈਵਲ ਕਰਨੀ ਹੈ ਨਾਰਥ ਪੋਲ ਟੂ ਸਾਊਥ ਪੋਲ। ਓਕੇ ਬੇਟਾ। ਐਂਡ ਹੁਣ ਦੇਖੋ ਆ ਮੈਨੇ ਦੋ ਡੀਜ਼ ਯੂਜ਼ ਕੀਤੀਆਂ ਨੇਗੀਆਂ। ਡੀਜ਼ ਯੂਜ਼ ਆਪਾਂ ਨੇ ਡੀਜ਼, ਇਹ ਕੀ ਹੈ, ਇਹਨੂੰ ਆਪਾਂ 3 ਡਾਇਮੈਂਸ਼ਨਲ ਦੇ ਵਿੱਚ ਇਸ ਤਰ੍ਹਾਂ ਬਣਾ ਸਕਦੇ ਹਾਂ। ਦੇਖੋ ਐਵੇਂ ਇਹਨੂੰ ਆਪਾਂ 3 ਡਾਇਮੈਂਸ਼ਨਲ ਦੇ ਵਿੱਚ ਬਣਾ ਲੈਂਦੇ ਹਾਂ ਹੈ ਨਾ, ਅਤੇ ਇੱਧਰੋਂ ਇਹਨੂੰ ਵੀ these are the 3 dimensional Ds। ਓਕੇ। ਇਹਦੇ ਵਿਚਾਲੇ ਮੈਨੇ ਰੱਖਿਆ ਹੋਇਆ ਪੋਜ਼ਿਟਿਵਲੀ ਚਾਰਜਡ ਪਾਰਟੀਕਲ ਜਿਹਨੂੰ ਆਪਾਂ ਨੇ ਐਸਲਰੇਟ ਕਰਨਾ ਹੈ ਨਾ। ਐਸਲਰੇਟ ਕਰਨ ਤੋਂ ਪਹਿਲਾਂ ਆਪਾਂ ਨੇ ਡੀਜ਼ ਨੂੰ ਕੀ ਕੀਤਾ, ਇੱਕ ਹਾਈ ਫ੍ਰੀਕੁਐਂਸੀ ਔਸਲੇਟਰ ਦੇ ਨਾਲ ਜੋੜਤਾ। ਹਾਈ ਫ੍ਰੀਕੁਐਂਸੀ ਔਸਲੇਟਰ ਦੇ ਨਾਲ ਕੀ ਕੀਤਾ, ਆਪਾਂ ਨੇ ਇਹਨੂੰ ਜੋੜਤਾ। ਹਾਈ ਫ੍ਰੀਕੁਐਂਸੀ ਔਸਲੇਟਰ ਦੇ ਨਾਲ ਇਹਨੂੰ ਆਪਾਂ ਨੇ ਜੋੜਤਾ ਐਵੇਂ। दिस इज़ अ हाई फ्रीकुएंसी ऑसिलेटर। ठीक है, इत्थे लिख दिंदे आ हाई फ्रीकुएंसी ऑसिलेटर। हुण इहदी ज़रूरत क्यों पई, इहदी की नीड है, कहते ये की है अपने को दो तरह के फील्ड्स ने है ना, वन इज़ इलैक्ट्रिक फील्ड एंड अनदर वन इज़
मैगनैटिक फील्ड, यूनीफॉर्म मैगनैटिक फील्ड। हुण देखो जिहड़ा हाई फ्रीकुएंसी ऑसीलेटर आ ਉਹ ਕੀ ਕਰਦਾ, ਇਹਨਾਂ ਡੀਜ਼ ਦੀ, ਇਹ ਜਿਹੜੀਆਂ ਹੈਗੀਆਂ ਨੇ ਡੀਜ਼, ਇਹ ਦੋਨੋਂ ਹੌਲੋ ਡੀਜ਼ ਨੇ। ਹੌਲੋ ਡੀਜ਼ ਦਾ ਮਤਲਬ ਕੀ ਹੁੰਦਾ ਵੀ ਇਹਨਾਂ ਦੇ ਇਨਵਰਡ, ਜਿਹੜਾ ਇਨਵਰਡ ਆ ਉਹ ਇਲੈਕਟ੍ਰਿਕ ਫੀਲਡ ਤਾਂ ਹੈ ਹੀ ਨਹੀਂ, ਓਨਲੀ ਕੀ ਹੈ ਮੈਗਨੈਟਿਕ ਫੀਲਡ ਹੋਊਗਾ। ਕਿਉਂਕਿ ਇਹ ਤਾਂ ਆਪਾਂ ਪਹਿਲਾਂ ਵੀ ਇਹਨਾਂ ਦੀ ਐਪਲੀਕੇਸ਼ਨਸ ਪੜ੍ਹ ਚੁੱਕੇ ਆ ਨਾ ਗੌਸ ਥਿਊਰਮ ਦੇ ਵਿੱਚ, ਵੀ ਜਿਹੜੇ ਹੌਲੋ ਹੁੰਦੇ ਆ ਅੰਦਰੋਂ ਹੌਲੋ ਕੰਡਕਟਰਸ ਹੁੰਦੇ ਨੇ, ਉਹਨਾਂ ਦੇ ਵਿੱਚ ਇਨਵਰਡ ਦੇ ਵਿੱਚ ਇਲੈਕਟ੍ਰਿਕ ਫੀਲਡ ਅਪਲਾਈ ਨਹੀਂ ਹੁੰਦਾ, ਓਨਲੀ ਕੀ ਹੁੰਦਾ ਮੈਗਨੈਟਿਕ ਫੀਲਡ ਹੁੰਦਾ। ਓਕੇ ਬੇਟਾ, ਹੁਣ ਹਾਈ ਫ੍ਰੀਕੁਐਂਸੀ ਔਸੀਲੇਟਰ ਦੀ ਕਿਉਂ ਜ਼ਰੂਰਤ ਪਈ, ਤਾਂ ਕਿ ਆਪਾਂ ਇਹ ਕਾਹਦੇ ਵਾਸਤੇ ਯੂਜ਼ ਕੀਤਾ ਗਿਆ, ਤਾਂ ਕਿ ਆਪਾਂ ਡੀਜ਼ ਦੀ, ਦੋਨਾਂ ਡੀਜ਼ ਦੀ ਪੋਲੈਰਿਟੀ ਚੇਂਜ ਕਰ ਸਕੀਏ। ਓਕੇ ਬੇਟਾ, ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ ਆਪਣਾ ਇਲੈਕਟ੍ਰਿਕ ਫੀਲਡ ਹੁੰਦਾ ਹੈ ਉਹ ਹਮੇਸ਼ਾ ਹੀ ਕਿਵੇਂ ਜਾਂਦਾ ਹੈ, ਪੋਜ਼ਿਟਿਵ ਤੋਂ ਨੈਗੇਟਿਵ ਵੱਲ ਜਾਂਦਾ ਹੈ ਨਾ, ਪੋਜ਼ਿਟਿਵ ਤੋਂ ਨੈਗੇਟਿਵ ਵੱਲ ਜਾਂਦਾ ਹੈ। ਹੁਣ ਇਹਨਾਂ ਹਾਈ ਫ੍ਰੀਕੁਐਂਸੀ ਔਸੀਲੇਟਰ ਦਾ ਕੰਮ ਕੀ ਹੈ, ਕਈ ਵਾਰ ਇਹ ਪੋਜ਼ਿਟਿਵ ਨੂੰ ਨੈਗੇਟਿਵ ਕਰ ਦੂਗਾ ਐਂਡ ਨੈਗੇਟਿਵ ਨੂੰ ਕੀ ਕਰ ਦੂਗਾ ਪੋਜ਼ਿਟਿਵ, ਤਾਂ ਆਪਣਾ ਇਲੈਕਟ੍ਰਿਕ ਫੀਲਡ ਇੱਧਰ ਨੂੰ ਫਲੋ ਕਰਨ ਲੱਗ ਜੂ, ਫਿਰ ਨੈਗੇਟਿਵ ਤੋਂ ਪੋਜ਼ਿਟਿਵ ਕਰ ਦੂ, ਇਹਨੂੰ ਨੈਗੇਟਿਵ ਕਰ ਦੂ, ਫਿਰ ਆਪਣਾ ਇਲੈਕਟ੍ਰਿਕ ਫੀਲਡ ਇੱਧਰੋਂ ਫਲੋ ਕਰਨ ਲੱਗ ਜੂ। ਮਤਲਬ ਇਹਦਾ ਕੰਮ ਹੈ ਕੀ ਹੈ ਵੀ ਪੋਲੈਰਿਟੀ ਨੂੰ ਚੇਂਜ ਕਰਨਾ, ਇਹ ਪੋਲੈਰਿਟੀ ਨੂੰ ਚੇਂਜ ਕਰੂਗਾ। ਮੰਨ ਲਓ ਆਪਾਂ ਨੇ ਡੀ ਨੂੰ ਨੈਗੇਟਿਵ ਲੈ ਲਿਆ ਐਂਡ D2 ਨੂੰ ਕੀ ਲੈ ਲਿਆ ਪੋਜ਼ਿਟਿਵ। ਸਭ ਤੋਂ ਪਹਿਲਾਂ ਇਹਦੀ ਪੋਲੈਰਿਟੀ ਆਪਾਂ ਨੇ ਨੈਗੇਟਿਵ ਲੈ ਲਈ ਐਂਡ ਇਹਦੀ ਪੋਲੈਰਿਟੀ ਆਪਾਂ ਨੇ ਕੀ ਲੈ ਲਈ ਪੋਜ਼ਿਟਿਵ। ਹੁਣ ਦੇਖੋ ਜਿਹੜਾ ਆਪਣੇ ਕੋਲ ਪੋਜ਼ਿਟਿਵਲੀ ਚਾਰਜ ਪਾਰਟੀਕਲ ਹੈ ਉਹ ਕੀ ਕਰੂਗਾ, ਉਹ ਤਾਂ ਉੱਤੇ ਕੀ ਹੈ ਪੋਜ਼ਿਟਿਵ ਚਾਰਜ ਆ, ਉਹ ਕਿੱਧਰ ਨੂੰ ਅਟਰੈਕਟ ਕਰੂਗਾ, ਦੱਸੋ ਕਿੱਧਰ ਨੂੰ ਅਟਰੈਕਟ ਕਰੂਗਾ, ਪੋਜ਼ਿਟਿਵ ਨੂੰ ਤਾਂ ਕਰਦਾ ਨਹੀਂ, ਰਿਪਲਸ਼ਨ ਹੋ ਗਈ, ਕਿੱਧਰ ਨੂੰ ਅਟਰੈਕਟ ਕਰੂਗਾ ਉਹ ਨੈਗੇਟਿਵ ਚਾਰਜ ਵੱਲ। ਜਦੋਂ ਹੀ ਉਹ ਨੈਗੇਟਿਵ ਚਾਰਜ ਵੱਲ ਅਟਰੈਕਟ ਕਰੂਗਾ ਦੈਨ ਆਪਣੇ ਕੋਲ ਕੀ ਹੈ ਅੰਦਰ ਯੂਨੀਫਾਰਮ ਮੈਗਨੈਟਿਕ ਫੀਲਡ ਹੈ, ਇਲੈਕਟ੍ਰਿਕ ਫੀਲਡ ਤਾਂ ਹੈ ਹੀ ਨਹੀਂ ਕਿਉਂਕਿ ਹੌਲੋ ਕੰਡਕਟਰਸ ਨੇ। ਤਾਂ ਮੈਂ ਤੁਹਾਨੂੰ ਇੱਕ ਦਿਨ ਦੱਸਿਆ ਸੀਗਾ ਪਿਛਲੇ ਟੌਪਿਕਸ ਦੇ ਵਿੱਚ ਜਦੋਂ ਆਪਾਂ ਨੇ ਮੋਸ਼ਨ ਕੀਤਾ ਸੀਗਾ ਇਨ ਯੂਨੀਫਾਰਮ ਮੈਗਨੈਟਿਕ ਫੀਲਡ, ਉਸ ਟਾਈਮ ਆਪਾਂ ਨੇ ਇਸ ਤਰ੍ਹਾਂ ਡਾਇਗਰਾਮ ਬਣਾਈ ਸੀ ਇੱਕ, ਹੈ ਨਾ, ਉਹਦੇ ਵਿੱਚ ਆਪਾਂ ਨੇ ਚਾਰਜ ਪਾਰਟੀਕਲ ਨੂੰ ਥਰੋ ਕੀਤਾ ਸੀ ਵੀ ਥਰੂ ਅ ਵੈਲੋਸਿਟੀ v ਇਨ ਦ ਮੈਗਨੈਟਿਕ ਫੀਲਡ, ਯੂਨੀਫਾਰਮ ਮੈਗਨੈਟਿਕ ਫੀਲਡ, ਹੈ ਨਾ। ਤਾਂ ਆਪਣੇ ਕੋਲ ਜਿਹੜਾ ਵੈਲੋਸਿਟੀ ਵੈਕਟਰ ਸੀ ਇਟ ਕੈਨ ਬੀ ਰਿਜ਼ੋਲਵਡ ਇਨਟੂ 2 ਕੰਪੋਨੈਂਟਸ, ਉਹ 2 ਕੰਪੋਨੈਂਟਸ ਦੇ ਵਿੱਚ ਟੁੱਟ ਗਿਆ ਸੀ, ਵਨ ਇਜ਼ v cos ਥੀਟਾ ਐਂਡ ਅਦਰ ਵਨ ਇਜ਼ v ਸਾਈਨ ਥੀਟਾ। ਮੈਂ ਤੁਹਾਨੂੰ ਦੱਸੀ ਸੀ ਗੱਲ ਵੀ v ਸਾਈਨ ਥੀਟਾ ਕਰਕੇ ਉਹਨੇ ਕਿਹੜਾ ਪਾਥ ਲਿਆ ਸੀਗਾ, ਸਰਕੂਲਰ ਪਾਥ ਲਿਆ ਸੀ। ਕਿਹੜਾ ਪਾਥ ਲਿਆ ਸੀ, ਸਰਕੂਲਰ, ਜਿਹਨੂੰ ਆਪਾਂ ਨੇ ਬੋਲਿਆ ਸੀ ਹੈਲੀਕਲ ਪਾਥ ਲਿਆ ਸੀ। ਹੁਣ ਇਹਦੇ ਵਿੱਚ ਵੀ ਐਵੇਂ ਹੀ ਆ, ਇਹਦੇ ਵਿੱਚ ਕੀ ਹੈ ਇਹਦੇ ਵਿੱਚ ਕੀ ਹੈ ਆਪਣੇ ਕੋਲ, ਇਹਦੇ ਵਿੱਚ ਵੀ ਮੈਗਨੈਟਿਕ ਫੀਲਡ ਆ, ਤਾਂ ਉਹ ਕਿਸ ਤਰ੍ਹਾਂ ਪਾਥ ਲਊਗਾ, ਉਹ ਲਊਗਾ ਆਪਣੇ ਕੋਲ ਸਰਕੂਲਰ ਪਾਥ। ਕਿਸ ਤਰ੍ਹਾਂ ਲਊਗਾ, ਸਰਕੂਲਰ ਪਾਥ। ਹੁਣ ਜਿਉਂ ਹੀ ਉਹ ਇੱਥੇ ਪਹੁੰਚਦਾ ਇੱਥੇ, ਤਾਂ ਉਹਦੀ ਕੀ ਹੋ ਜਾਂਦੀ ਹੈ ਪੋਲੈਰਿਟੀ ਚੇਂਜ ਹੋ ਜਾਂਦੀ ਹੈ, ਇੱਥੇ ਆ ਕੇ ਉਹਦੀ ਪੋਲੈਰਿਟੀ ਕੀ ਹੋ ਜਾਂਦੀ ਹੈ ਚੇਂਜ, ਮਤਲਬ ਆਹ ਪੋਜ਼ਿਟਿਵ ਬਣ ਜਾਂਦਾ, ਆ ਕੀ ਬਣ ਜਾਂਦਾ ਹੈ ਨੈਗੇਟਿਵ। ਤਾਂ ਫਿਰ ਉਹਦੀ ਥੋੜ੍ਹੀ ਜਿਹੀ ਸਪੀਡ ਇਨਕਰੀਜ਼ ਹੋ ਜਾਂਦੀ ਹੈ, ਸਪੀਡ ਇਨਕਰੀਜ਼ ਹੋਣ ਦੇ ਨਾਲ ਉਹ ਇੱਥੇ ਨਹੀਂ ਆ ਕੇ ਮਿਲਦਾ, ਜਦੋਂ ਸਪੀਡ ਇਨਕਰੀਜ਼ ਹੋ ਗਈ ਤਾਂ ਉਹ ਥੋੜ੍ਹਾ ਜਿਹਾ ਅੱਗੇ ਵੱਧ ਜਾਂਦਾ, ਮਤਲਬ ਉਹਦਾ ਰੇਡੀਅਸ ਇਨਕਰੀਜ਼ ਹੋਣਾ ਸਟਾਰਟ ਹੋ ਜਾਂਦਾ ਡਿਊ ਟੂ ਪੋਲੈਰਿਟੀ ਚੇਂਜ। ਫਿਰ ਉਸ ਤੋਂ ਬਾਅਦ ਫਿਰ ਉਹ ਜਦੋਂ ਇੱਥੋਂ ਨਿਕਲਦਾ ਫਿਰ ਉਹਦੀ ਪੋਲੈਰਿਟੀ ਕੀ ਹੋ ਜਾਂਦੀ ਹੈ ਚੇਂਜ, ਇੱਧਰ ਨੈਗੇਟਿਵ ਆ ਗਿਆ ਇੱਧਰ ਪੋਜ਼ਿਟਿਵ ਆ ਗਿਆ, ਫਿਰ ਉਹ ਇੱਧਰ ਨੂੰ ਮੂਵ ਕਰਨਾ ਸਟਾਰਟ ਕਰ ਦਿੰਦਾ, ਰੇਡੀਅਸ ਵੱਧਦਾ ਜਾਂਦਾ ਵਿਦ ਆ ਵੈਲੋਸਿਟੀ ਇਨਕਰੀਜ਼। ਇਹ ਵੀ ਮੈਂ ਤੁਹਾਨੂੰ ਉਸ ਦਿਨ ਕਨਸੈਪਟ ਕਰਵਾਇਆ ਸੀ ਜਦੋਂ ਆਪਾਂ ਮੋਸ਼ਨ ਕੀਤਾ ਸੀ ਵੀ ਇਹ ਟਾਈਮ 'ਤੇ ਡਿਪੈਂਡ ਨਹੀਂ ਕਰਦਾ, ਇਹ ਕਿਤੇ ਡਿਪੈਂਡ ਕਰਦਾ ਵੈਲੋਸਿਟੀ 'ਤੇ ਡਿਪੈਂਡ ਕਰਦਾ, ਵਿਦ ਇਨਕਰੀਜ਼ਿਸ ਦਾ ਰੇਡੀਅਸ ਵੈਲੋਸਿਟੀ ਇਜ਼ ਆਲਸੋ ਇਨਕਰੀਜ਼ਿਸ। ਫਿਰ ਉਹਦੀ ਸਪੀਡ ਥੋੜ੍ਹੀ ਜਿਹੀ ਪੋਲੈਰਿਟੀ ਇੱਧਰ ਕੀ ਹੋ ਗਈ ਪੋਲੈਰਿਟੀ ਚੇਂਜ, ਮਤਲਬ ਇੱਧਰ ਨੈਗੇਟਿਵ ਹੋ ਗਿਆ ਇੱਧਰ ਕੀ ਹੋ ਗਿਆ ਪੋਜ਼ਿਟਿਵ। ਐਵੇਂ ਇਹ ਸਰਕਲ ਐਵੇਂ ਚੱਲਦਾ ਜਾਂਦਾ, ਮਤਲਬ ਰੇਡੀਅਸ ਇਨਕਰੀਜ਼ ਹੁੰਦਾ ਜਾਂਦਾ, ਉਹਦੀ ਵੈਲੋਸਿਟੀ ਕੀ ਹੁੰਦੀ ਜਾਂਦੀ ਹੈ ਇਨਕਰੀਜ਼ ਹੁੰਦੀ ਜਾਂਦੀ ਹੈ। ਜਦੋਂ ਤੱਕ ਉਹ ਮੈਕਸਿਮਮ ਰੇਡੀਅਸ ਗੇਨ ਕਰ ਲੈਂਦਾ ਫਿਰ ਕੀ ਹੁੰਦਾ ਆਪਣੇ ਕੋਲ ਇੱਥੇ ਇੱਕ ਵਿੰਡੋ ਲੱਗੀ ਹੁੰਦੀ ਹੈ, ਇੱਥੇ ਕੀ ਲੱਗੀ ਹੁੰਦੀ ਹੈ ਵਿੰਡੋ। ਤਾਂ ਜਦੋਂ ਮੈਕਸਿਮਮ ਰੇਡੀਅਸ ਗੇਨ ਕਰ ਲੈਂਦਾ ਉਹ ਇੱਧਰ ਨੂੰ ਕੀ ਹੋ ਜਾਂਦਾ ਸਟਰਾਈਕ ਹੋ ਜਾਂਦਾ। ਇੱਥੇ ਦੋ ਨਾ ਐਵੇਂ ਵਿੰਡੋਜ਼ ਲੱਗੀਆਂ ਹੁੰਦੀਆਂ ਨੇ ਜਿਹੜੀਆਂ ਇਹਨੂੰ ਇੱਧਰ ਨੂੰ ਵਿੰਡੋ ਵੱਲ ਨੂੰ ਡਿਫਲੈਕਟ ਕਰ ਦਿੰਦੀਆਂ ਨੇ, ਠੀਕ ਹੈ। ਤਾਂ ਫਿਰ ਇਹ ਬਾਹਰ ਨੂੰ ਨਿਕਲ ਜਾਂਦਾ ਹੈ, ਬਾਹਰ ਆਪਣੇ ਕੋਲ ਕੀ ਲੱਗਿਆ ਹੁੰਦਾ ਇੱਕ ਟਾਰਗੇਟ, ਜਿਹੜਾ ਇਹ ਟਾਰਗੇਟ ਅਚੀਵ ਕਰ ਲੈਂਦਾ। ਓਕੇ ਬੇਟਾ, ਸਮਝ ਆ ਗਈ ਡਾਇਗਰਾਮ, ਕਲੀਅਰ ਹੋਇਆ। ਤਾਂ ਮੈਂ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਹਾਂ, ਇਹਦੇ ਵਿੱਚ ਚੀਜ਼ ਕੀ ਹੈ ਰੇਡੀਅਸ ਦੇ ਵਧਣ ਦੇ ਨਾਲ ਵੈਲੋਸਿਟੀ ਵੱਧਦੀ ਹੈ। ਦੇਖੋ ਉਸ ਦਿਨ ਆਪਾਂ ਨੇ ਮੋਸ਼ਨ ਆਫ ਦਾ ਚਾਰਜ ਪਾਰਟੀਕਲ ਇਨ ਦਾ ਮੈਗਨੈਟਿਕ ਫੀਲਡ ਕੀਤਾ ਸੀ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਟਾਈਮ ਕੌਨਸਟੈਂਟ ਰਹਿੰਦਾ ਹੈ। ਜਦ ਇਹਦੇ ਵਿੱਚ ਵੀ ਟਾਈਮ ਇੰਡੀਪੈਂਡੈਂਟ ਆ, ਟਾਈਮ ਇਜ਼ ਦਾ ਕੌਨਸਟੈਂਟ, ਟਾਈਮ ਕੌਨਸਟੈਂਟ ਹੈ ਬਟ ਰੇਡੀਅਸ ਵੱਧ ਰਿਹਾ। ਜਦੋਂ ਰੇਡੀਅਸ ਵੱਧ ਰਿਹਾ ਵੈਲੋਸਿਟੀ ਵੀ ਵੱਧ ਰਹੀ ਆ, ਹੈ ਨਾ। ਤਾਂ ਹੁਣ ਦੇਖੋ ਮੰਨ ਲਓ ਆਪਣੇ ਕੋਲ ਦੋ ਆਹ ਪਾਰਟੀਕਲਸ ਨੇ, ਠੀਕ ਹੈ। ਤਾਂ ਮੈਂ ਦੱਸ ਰਹੀ ਹਾਂ ਵੀ ਟਾਈਮ ਕਿਵੇਂ ਕੌਨਸਟੈਂਟ ਰਹਿੰਦਾ। ਇਹਨਾਂ ਨੇ ਇਸ ਪੁਆਇੰਟ 'ਤੇ ਪਹੁੰਚਣਾ, ਇਸ ਪੁਆਇੰਟ 'ਤੇ ਪਹੁੰਚਣ ਦੇ ਲਈ ਇਹਨਾਂ ਨੂੰ ਦੇਤਾ ਵੀ 1 ਆਵਰ ਹੈ,
है ना। तो जिहड़ा ये पॉइंट है इनू पहुँचने के लिए ये लॉन्ग रस्ता भी मैंने इत्थे पहुँचना ये लॉन्ग रस्ता है, ठीक है। पहुँचना तो इन्हें भी 1 घंटे के विच है, बट ये सीधा ही रस्ता स्ट्रेट रस्ता शॉर्टकट रस्ता हैगा, तो यह भी 1 घंटे के पहुँचूगा, ये भी 1 घंटे। यदा मतलब की है भी मतलब ये अपनी स्पीड में इनक्रीज़ कर लूगा, टाइम तो कॉन्सटेंट ही रह रहा है, मतलब टाइम कॉन्सटेंट रह रहा है, ये अपनी स्पीड में इनक्रीज़ करूगा, वेलोसिटी में इनक्रीज़ करूगा, ना कि टाइम इधर उधर होगा। ओके बेटा, समझ आ गई। हुण मैं एवें सारा कुछ कंस्ट्रक्शन दे विच लिखा हुआ आ देखो, इधर देखो कंस्ट्रक्शन दे विच की लिखा, देखो इट कंसिस्ट ऑफ अ मैगनेट रिप्रजेंटेड बाय अ नॉर्थ एंड साउथ पोल। देखो 2 मैगनेट्स लगे हुए ने, की लग्या होया, वन इज़ नॉर्थ एंड अनदर वन इज़ साउथ, वन इज़ नॉर्थ एंड अनदर वन इज़ साउथ एज shown in figure between the 2 poles 2 hollow metallic Ds are placed which are connected to high frequency oscillator। हुण देखो 2 मैंने Ds रखियां हुई ने जिहड़ियां कनैक्टेड ने किहदे नाल, हाई फ्रिक्वेंसी ऑसीलेटर दे नाल। मैं सब कुछ समझा चुकी हूँ तुहानूं। देखो एक बार कंस्ट्रक्शन देख लो, बिटवीन दीज Ds आ पॉजिटिवली चार्ज पार्टिकल इज प्लेसड। इन्हां Ds दे विच मैंने की रखता, एक पॉजिटिवली चार्ज पार्टिकल रखता जिहदे ते पॉजिटिव चार्ज है। ओके, देयर इज़ विंडो, इत्थे एक लगी हुई है विंडो, जिहदे थ्रू जो रेडियस मैक्सीमम हो जाऊगा उदों वो स्ट्राइक करूगा थ्रू किधर वाल नूं, टूवर्ड्स टारगेट, एंड थ्रू विच चार्ज पार्टिकल कम्स आउट, जिहदे थ्रू चार्ज पार्टिकल बाहर निकलूगा। हुण देखो वर्किंग भी मैंने लिख रखी है, वर्किंग भी मैंने जिवें मैंने समझाई है एज इट इज़ लिखी हुई है। एट एनी इंस्टेंट लेट अस कंसीडर D1 टू भी नैगेटिव। देखो सब तो पहला आपने D1 की लई सीगी, नैगेटिव लई सी, है ना, एंड D2 इज़ टू भी पॉजिटिव, एंड D2 की लई सी अपने पॉजिटिव लई सी, है ना। देयर इज़ नो ड्यू टू दिस पॉजिटिवली चार्ज पार्टिकल विल बी अट्रैक्टेड टूवर्ड्स D1। अपन पता ही है भी D1 ते नैगेटिव चार्ज आ, तो पॉजिटिव चार्ज अपना किधर नूं अट्रैक्ट होया, सब तो पहला किधर नूं अट्रैक्ट होया सी, नैगेटिव चार्ज वाल। ओके, नाउ charged particle enter inside D1 and inside D1 there is no electric field, कोई भी इलैक्ट्रिक फील्ड नहीं, only perpendicular magnetic field exist। देखो अपने को इलैक्ट्रिक फील्ड इस तरह ही है, पॉजिटिव टू नेगेटिव, एंड मैग्नेटिक फील्ड इस तरह, दोनों की ने म्यूचुअली परपेंडिकुलर टू ईच अदर ने, मतलब इन्हां दे विच एंगल कितना बन रहा है, 90 बन रहा है। उस दिन भी मैं तुहानूं दस्सिया सी भी जे 90 एंगल बनूगा दैन उन्होंने वेलोसिटी की होगी, मैक्सीमम होगी, दैन वो केड़ा पाथ गेन करनगे, सर्कुलर पाथ गेन करनगे। ओके बेटा, आगे देयर इज़ नो इलैक्ट्रिक फील्ड ऑनली परपेंडिकुलर मैग्नेटिक फील्ड एग्जिस्ट। मैं तुहानूं दसदा भी इनवर्ड जो हॉलो डीज होंदियां ने इनवर्ड ऑनली मैग्नेटिक फील्ड एग्जिस्ट करदा। एज द चार्ज पार्टिकल इज़ एंटरिंग यूनीफॉर्म परपेंडिकुलर टू मैग्नेटिक फील्ड, जो चार्ज पार्टिकल एंटर कर गया इट्स मोशन बिकम्स सर्कुलर। मोशन की हो गया वह सर्कुलर, क्योंकि आप पढ़ के चुके हैं भी जो यूनीफॉर्म मैग्नेटिक फील्ड होगा दैन अपने को पाथ केड़ा होगा, सर्कुलर। एज इट कवर्स अ सैमी सर्कुलर पाथ डीज। देखो जो वो सैमी सर्कुलर पाथ गेन कर लेंदा है ना, इत्थे तक आ गया, तो दैन भी मतलब ऐ नहीं भी इत्थे आके वो रुकूगा, नहीं, मतलब जो ही वो इत्थे पहुँचूगा वो पोलैरिटी उदों ही चेंज हो जू, उन्होंने कोई भी टाइम नहीं लगना चाहिए, उदों ही वो पोलैरिटी की होनी चाहिए है, चेंज। फिर पोलैरिटी चेंज हो जूगी, फिर वो सैमी सर्कुलर पाथ लूगा, फिर अगे अगे रेडियस बढ़ता जाऊगा एंड वेलोसिटी बढ़ती जाऊगी। देखो D's changes their polarity, that is D2 becomes negative and D1 becomes positive. In this way charged particle enter inside D2 and covers a semicircular path। देखो ये विच ना सर्कुलर पाथ नहीं आ रहा, सैमी सर्कुलर पाथ आ रहा, क्यों, क्योंकि ये विच की है अपने को रेडियस ਵਧਣ ਦੇ ਨਾਲ ਆਪਣੇ ਕੋਲ ਵੈਲੋਸਿਟੀ ਵੀ ਵਧ ਰਹੀ ਆ। ਜੇ ਆਪਣੇ ਕੋਲ ਵੈਲੋਸਿਟੀ ਨਾ ਵਧਦੀ मतलब ਇਹਦੇ ਵਿੱਚ ਆਪਾਂ ਨੇ ਚਾਰजेस ਨੂੰ ਐਸਲਰੇਟ ਕਰਨਾ, ਐਸਲਰੇਟ ਕਰਨ ਦੇ ਲਈ ਆਪਾਂ ਨੂੰ ਵੈਲੋਸਿਟੀ ਵਧਾਉਣੀ ਪੈਣੀ ਸੀ। ਜਦੋਂ ਵੈਲੋਸਿਟੀ ਵਧਾਉਣੀ ਪੈਣੀ ਸੀ ਦੈਨ ਇਹਦੇ ਵਿੱਚ ਕਿਹੜਾ ਪਾਥ ਗੇਨ ਹੋ ਰਿਹਾ, ਸੈਮੀ ਸਰਕੂਲਰ ਪਾਥ ਗੇਨ ਹੋ ਰਿਹਾ, ਬਟ ਜਿੰਨਾ ਇੱਥੇ ਟਾਈਮ ਲੱਗ ਰਿਹਾ ਉਨਾ ਹੀ ਉਹਨੂੰ ਇੱਥੇ ਟਾਈਮ ਲੱਗ ਰਿਹਾ। ਓਕੇ ਬੇਟਾ, टाइम इंडिपेंडेंट है, ये मैं तुहानूं अगे भी समझानी है, डेरिवेशन करूँगी ना जो। In that way processes continue till it reaches to maximum speed and comes out from the window to hit the
टारगेट। हुण इहदे थ्रू आपां रेडियस भी फाइंड कर सकते जिवें उस दिन फाइंड कीता सी। देखो जदों सर्कुलर पाथ गेन करदा तां दैन कोई फोर्स भी तां एक्सपीरियंस हुंदी है, आपां नूं पता भी फोर्सिस दो लगदियां ने। One is Lorentz force due to the magnetic field and another one is centripetal force due to the circular path. Okay, then पहला आ गया अपने को Lorentz force, F is a q v b sin theta and sin 90 मैंने पुट किया क्यों, क्योंकि अपने को जिहड़ा चार्ज पार्टिकल इट इज़ की है ए दा पाथ इधर नूं है, इधर नूं मूव कर रहे हैं ना अपने को चार्ज पार्टिकल इधर नूं, एंड मैगनैटिक फील्ड इस तरह लग रहा है एंड दीज आर परपेंडिकुलर टू ईच अदर, सो थीटा इज विल बी 90। देन एफ इज इक्वल टू क्यू वी बी आ गया। द नेसेसरी सेंट्रीपिटल फोर्स इज गिवन बाय एफ इज इक्वल टू एम वी स्क्वेयर अपॉन आर। उत्थे V2 लिया सी बट इत्थे अपने को इक्को ही पाथ गेन कर रहा, इस करके V स्क्वेयर तुसीं ला सकते हो। ओके जी, दोनों अपने को की आ गया एफ दी वैल्यूज़ आ गई, तुसीं कंपेयर करो, कंपेयर 1 एंड 2। दैन की आ गया क्यू वी बी इज इक्वल टू एम वी स्केयर अपॉन आर, एक वी नाल एक वी कैंसिल हो गई। दैन अपने को की आ गया क्यू बी आर इज इक्वल टू की आ गया एम वी आ गया, या फिर आर इज इक्वल टू की आ गया एम वी अपॉन क्यू बी। आ अपने को आ गया रेडियस ऑफ द सर्कुलर पाथ। देखो फ्रॉम हियर आर इज डायरेक्टली प्रोपोर्शनल टू बी नॉट ऑन टाइम। देखो इतों भी प्रूव हो गया ना भी रेडियस बढ़ूगा वेलोसिटी बढ़ूगी, बट इट इज़ इंडिपेंडेंट ऑन टाइम। उस दिन भी मैं दसिया सी इट इज़ द रेडियस ऑफ सैमी सर्कुलर पाथ बाय द चार्ज पार्टिकल। हुण उस दिन जिवें रेडियस कढ़िया सी उस तो बाद आपां नूं कितना टाइम लगदा उहनूं एक सैमी सर्कल कवर करन ते इहदा फॉर्मूला की हुंदा अपने कोल वेलोसिटी की हुंदा अपने को सिंपल, या फिर स्पीड की हुंदा अपने को सिंपल, डिस्टेंस अपॉन टाइम। तो अपने हुण टाइम कढ़ना है तो टाइम इधर तो अपने को की आ गया डिस्टेंस अपॉन स्पीड। ओके जी, चलो डिस्टेंस अपॉन स्पीड आ गई। हुण देखो ये सैमी सर्कुलर आ, उस दिन तो अपने 2πr लगा ली सी क्योंकि सर्कुलर पाथ है। हुण बट अपने को पाथ किमें जा रहे एवें, फिर उस तो बाद वो एवें जा रहे, वो वेलोसिटी इनक्रीज होंदी जा रही है ना, एवें एवें जा रहे हैगा। दैन अपने को जिहड़ा पाथ होगा सैमी सर्कुलर का जिहड़ा पाथ होंदा है वो होंदा πr, की होंदा πr, मतलब 1/2 इंटू 2πr, 2 नाल 2 कैंसल πr। स्पीड कितनी होगी v। ओके बेटा, तो हुण ये तो आप आर की वैल्यू आ वाली कैलकुलेट जी की है वो आप पुट कर सकते हैं। आर की वैल्यू की आ गई अपने को एम वी अपॉन क्यू बी, पुट कर दो ये तो टाइम अपने को टी ये स्मॉल लेना क्योंकि सैमी सर्कल का टी इज इक्वल टू पाई अपॉन वी इंटू आर की वैल्यू क्या आएगी एम वी अपॉन क्यू बी, वी नाल वी कैंसिल हो गया। दैन अपने को आंसर आया पाई एम अपॉन क्यू बी। दिस इज़ अ टाइम टेकन टू कवर अ सैमी सर्कल। ये तो सैमी सर्कल का आया। देखो अपन पता लग गया भी जो टाइम कॉन्सटेंट रह रहा है एज आर इज़ डायरेक्टली प्रोपोर्शनल टू वी। ओके जी, डन। हुण ये तो ही आप फ्रीकुएंसी कर सकते हैं। फ्रीकुएंसी का फॉर्मूला होंगे 1 टाइम पीरीयड। टाइम पीरीयड तो हम सर्कल का होंगे तो सर्कल पूरे सर्कल का कढ़ांगे। देखो टाइम पीरीयड टोटल टाइम टू कंप्लीट 1 कंप्लीट सर्कल, दैन अपने को 1 कंप्लीट सर्कल। देखो इधर देखो डायग्राम, देखो आ गया अपने को सैमी सर्कल, आ भी अपने को सैमी सर्कल आ गया। जो टाइम कॉन्सटेंट ही रह रहा है तो इनू भी अपने को टाइम लगूगा टी, तो इनू भी टाइम लगूगा टी, तो दैन टी टी की हो गए 2t हो गया। दैन अपने को टोटल टाइम की हो गया 2t। तो टी की वैल्यू पुट कर सकते हो। टी की वैल्यू की आई सी अपने को पाई एम अपॉन क्यू बी, मतलब आ गया 2 m अपॉन क्यू बी। फ्रॉम दिस वी हैव टू फाइंड द साइक्लोट्रॉन फ्रीकुएंसी कह सकते हो न्यू, या फिर इन्हों बोलते हैं मैगनैटिक रेजोनेंस फ्रीकुएंसी। दैन तो साढ़े को न्यू आ जाऊगा 1 अपॉन टी है ना, तो 2 m अपॉन क्यू बी, या फिर की आ गया क्यू बी अपॉन 2 m। दिस इज़ आ की है साइक्लोट्रॉन फ्रीकुएंसी या फिर मैगनैटिक रेजोनेंस फ्रीकुएंसी। नैक्सट ये तो आप साइक्लोट्रॉन एंगुलर फ्रीकुएंसी भी फाइंड आउट कर सकते हैं। देखो कुछ टॉपिक तो ना पिछला ही है, जो तुम पिछले टॉपिक्स चंगी तरह किए हुए हैं तो ये कोई प्रॉब्लम नहीं आनी। क्यू बी अपॉन 2 m
2 पाई नाल 2 पाई कैंसिल, दैन अपने कोल साइक्लोट्रॉन ओमेगा आ गई अपने कोल क्यू बी अपॉन एम। ओके बेटा, दिस इज अ डेरिवेशन। नैक्सट इज यूजेस। हुण यूजेस तो आपां नूं पता ही है, मैं तुहानूं दस के चुकी हाँ। टू स्टडी न्यूक्लीयर रिएक्शन दे विच यूज़ करते हैं, टू इंसर्ट एन आयन इन द सॉलिड दे विच यूज़ कर सकते हैं, यूज़ टू रेडियो एक्टिव डिके दे विच आपां इहनूं यूज़ कर सकते हैं। फ्रॉम दिस आपां इत्थे ना किनेटिक एनर्जी भी फाइंड कर सकते हैं भी कितनी एनर्जी उन्होंने सफिशिएंट अमाउंट दे विच एनर्जी चाहिए आ। देखो अपने कोल किनेटिक एनर्जी का फॉर्मूला हुंदा ही है, की हुंदा है हाफ एम वी स्क्वायर, है ना, वी स्क्वायर हुंदा है। तो आपां इहदे तो की कढ के चुके हैं, रेडियस फाइंड आउट किया सी ना, आर इज इक्वल टू एम वी अपॉन क्यू बी। ये लिखो आर इज इक्वल टू एम वी अपॉन क्यू बी। तुसीं ये तो वी की वैल्यू कढ सकते हो, क्यू बी आर अपॉन एम इज इक्वल टू वी। ये पुट करो तो किनेटिक एनर्जी आ गई अपने को हाफ एम, वी की वैल्यू स्केयर है ना, क्यू स्केयर बी स्केयर आर स्केयर एम स्केयर, आ कट गया तो किनेटिक एनर्जी आ गई अपने को हाफ क्यू स्केयर बी स्केयर आर स्केयर अपॉन एम। ओके जी, हुण देखो ये तो सिंपल किनेटिक एनर्जी आई, आपां सफिशिएंट अमाउंट ऑफ एनर्जी चाहिए ना, हाई एनर्जी, तो आप मैक्सीमम हुण आप सिंपल वी नॉट लिख दें, तो किनेटिक एनर्जी आ गई अपने को हाफ एम वी नॉट स्केयर, हाफ एम वी नॉट स्केयर। तो जिमें वी नॉट मैक्सीमम आई तो आपको ये रेडियस भी मैक्सीमम चाहिए, जिदे थ्रू वो विंडो विच दी बाहर निकलता है। दैन आही रेडियस अपने को आ जाऊगा आर नॉट एम वी नॉट अपॉन क्यू बी। बस फिर तुम पुट कर दो, वी नॉट कट दो, की आ गया क्यू बी आर नॉट अपॉन एम, ये पुट कर दो तो किनेटिक एनर्जी मैक्सीमम अमाउंट दे विच आ जाऊ जिन्नी उन्होंने चाहिए है, हाफ एम क्यू स्केयर बी स्केयर आर नॉट स्केयर अपॉन एम स्केयर, एक नाल एक एम कट गई तो किनेटिक एनर्जी मैक्सीमम कितना आ गया अपने को क्यू स्केयर बी स्केयर आर नॉट स्केयर अपॉन 2m। ओके जी, दिस इज अ सफिशिएंट अमाउंट ऑफ एनर्जी टू एक्सेलरेट द चार्ज पार्टिकल। ओके जी, नेक्स्ट आ गया रेजोनेंस कंडीशन। ये रेजोनेंस कंडीशन की होंगी है, इट इज़ अ टाइम टेकन बाय द चार्ज पार्टिकल कवर अ सेमी सर्कल इज इक्वल टू टाइम टू चेंज द पोलैरिटी ऑफ द डीज, then resonance is said to be occur and cyclotron works। मतलब देखो वो टाइम जो चार्ज पार्टिकल नूं, देखो आ चार्ज पार्टिकल है ना, आ सैमी सर्कल पाथ, तो इसे टाइम ते जिहड़ी पोलैरिटी वो चेंज हो जाए, ये दोनों टाइम इक्वल रहने चाहिए ने, हुण आपां बोलते हैं रेजोनेंस टाइम या फिर सिंक्रोनस टाइम। सिंक्रोनस टाइम इन्हां दोनों नूं आपां बोलते हैं, की बोलते हैं इन्हां दोनों टाइम के उपर जिहड़ी पोलैरिटी चेंज होंदी है वो वाला टाइम, तो आपां ने चार्ज पार्टिकल्स नूं एक्सेलरेट मतलब जिहड़ा सैमी सर्कल वो पूरा करता है वो वाला टाइम, दोनों की रहने चाहिए ने, इक्वल रहने चाहिए ने, उन्होंने आपां रेजोनेंस कंडीशन बोलते हैं या फिर सिंक्रोनाइजेशन बोलते हैं। ओके जी, ये होंगी है रेजोनेंस कंडीशन। हुण इहदी कुछ लिमिटेशनस भी होणगियां, एक तो यह चार्ज किहदे लई यूज़ नहीं किया जाता, एक्सेलरेट न्यूट्रल पार्टिकल्स दे लई, मतलब जिहदा कोई चार्ज ही नहीं होगा वो पोलैरिटी किवें चेंज करवाऊगा, किवें सैमी सर्कुलर पाथ गेन करूगा, है ना, तो ये न्यूट्रॉन्स के लिए तो वैलिड ही नहीं है। तो इलैक्ट्रॉन्स नूं भी ये एक्सेलरेट नहीं करता, क्यों? सब तो बड़ा रीजन ये है भी इलैक्ट्रॉन जिहड़े हुंदे ने वो लाइटली वेटेड हुंदे आ, तो वो तो आपां की करांगे, वो पोलैरिटी तो चेंज करनी नहीं देंगे, उदों ही वो की कर जाएंगे अपनी मैक्सीमम वेलोसिटी के नाल स्टैप जल्दी लै लैणगे। जो स्टैप जल्दी लै लैणगे दैन अपने कोल की होगी एक्सेलरेशन पावर घट जूगी, मतलब साइक्लोट्रॉन वर्क ही नहीं करूँगा। ओके जी, तो इलैक्ट्रॉन कैन नॉट बी एक्सेलरेट यूजिंग साइक्लोट्रॉन बिकॉज देयर एक्सेलरेशन इज़ हाई, यदि एक्सेलरेशन बहुत हाई जू, क्यों? क्योंकि इलैक्ट्रॉन लाइट वेटेड ने, वो तो फटाफट अपना रास्ता गेन कर लेंगे, वो तो पोलैरिटी भी चेंज करने का टाइम नहीं लैणगे, इस करके इलैक्ट्रॉन भी ये थ्रू एक्सेलरेट नहीं होंगे। आगे आ गया, देखो अपने वैसे कहा भी पॉजिटिवली चार्ज पार्टिकल एक्सेलरेट होंगे ने, बट पॉजिटिव चार्ज पार्टिकल भी एक सर्टेन लिमिट ते होंगे ने, जे सर्टेन लिमिट क्रॉस होगी दैन वो भी एक्सेलरेट नहीं होंगे। क्यों? क्योंकि उन्होंने वेलोसिटी इनक्रीज हो जू, वेलोसिटी इनक्रीज हो जू तो उन्होंने मास भी इनक्रीज हो जू, क्योंकि अपने आ रिलेशन किया सी ना
ਵੈਲੋਸਿਟੀ ਵੀ ਇਨਕਰੀਜ਼ ਹੋ ਜੂ ਤੇ ਉਹਨਾਂ ਦਾ ਮਾਸ ਵੀ ਇਨਕਰੀਜ਼ ਹੋ ਜੂ ਤੇ ਟਾਈਮ ਵੀ ਉਹਦਾ ਇਨਕਰੀਜ਼ ਹੋ ਜੂ। ਜਦੋਂ ਟਾਈਮ ਵੀ ਇਨਕਰੀਜ਼ ਹੋ ਜੂ ਵੈਲੋਸਿਟੀ ਵੀ ਇਨਕਰੀਜ਼ ਹੋ ਜੂ ਦੈਨ ਫਿਰ ਕੀ ਹੋਊਗਾ ਉਹਦੇ ਕੋਲ ਮਾਸ, ਉਹ ਜ਼ਿਆਦਾ ਟਾਈਮ ਲੈਣਗੇ ਐਸਲਰੇਟ ਹੋਣ ਤੇ, ਸੈਮੀ ਸਰਕੂਲਰ ਪਾਥ ਗੇਨ ਕਰਨ ਨੂੰ ਜ਼ਿਆਦਾ ਟਾਈਮ ਲੈਣਗੇ, ਉਹਨਾਂ ਦੀ ਪੋਲੈਰਿਟੀ ਚੇਂਜ ਹੋਣ ਤੇ ਵੀ ਟਾਈਮ ਲੱਗ ਜੂਗਾ। ਇਸ ਕਰਕੇ ਜਿਹੜਾ ਆਪਣੇ ਕੋਲ ਸਾਈਕਲੋਟਰੋਨ ਆ ਉਸ ਟਾਈਮ ਵੀ ਵਰਕ ਨਹੀਂ ਕਰੂਗਾ। ਦੇਖੋ ਲਿਖਿਆ ਹੋਇਆ ਪੋਜ਼ਿਟਿਵਲੀ ਚਾਰਜ ਪਾਰਟੀਕਲ ਆਲਸੋ ਕੈਨ ਨਾਟ ਬੀ ਐਸਲਰੇਟਡ ਯੂਜ਼ਿੰਗ ਸਾਈਕਲੋਟਰੋਨ ਬਿਯੋਂਡ ਸਰਟੇਨ ਲਿਮਿਟ। ਸਰਟੇਨ ਲਿਮਿਟ ਤੋਂ ਅੱਗੇ ਵੀ ਉਹ ਐਸਲਰੇਟ ਨਹੀਂ ਹੁੰਦੇ ਕਿਉਂਕਿ ਵੈਲੋਸਿਟੀ ਇਨਕਰੀਜ਼ ਹੋ ਗਈ, ਮਾਸ ਇਨਕਰੀਜ਼ ਹੋ ਗਿਆ, ਟਾਈਮ ਇਨਕਰੀਜ਼ ਹੋ ਗਿਆ। ਦੈਨ ਫਰੋਮ ਆਇਨਸਟਾਈਨ, ਆ ਦੇਖੋ ਆਇਨਸਟਾਈਨ ਦੀ ਇੱਕ ਕੰਡੀਸ਼ਨ ਦਿੱਤੀ ਸੀ m is equal to m naught is the rest mass 1 minus v square velocity of the charged particle and c square is the ਕੀ ਹੈਗੀ velocity of light। ਦੇਖੋ ਜਿਹੜੀ ਆ velocity ਹੋਗੀ ਤਾਂ ਬਹੁਤ ਘੱਟ ਹੋਊਗੀ ਇਹਦੇ ਨਾਲ, ਤਾਂ ਆਹ ਤਾਂ ਆਪਾਂ ਨੈਗਲੈਕਟ ਹੀ ਕਰ ਦਿੰਦੇ ਹਾਂ, ਤਾਂ m naught by 1 ਆ ਗਿਆ, ਮਤਲਬ m is equal to m naught ਆ ਗਿਆ। ਦੇਖੋ ਰੈਸਟ ਮਾਸ ਦੇ ਇਕੁਅਲ ਆ ਜਾਊ ਆਪਣੇ ਕੋਲ ਸਿੰਪਲ ਮਾਸ, ਤਾਂ ਮਾਸ ਤਾਂ ਬਹੁਤ ਜ਼ਿਆਦਾ ਵੱਧ ਜਾਣਾ। ਜਦੋਂ ਮਾਸ ਵੱਧ ਜੂਗਾ ਦੈਨ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਨੂੰ ਸੈਮੀ ਸਰਕੂਲਰ ਪਾਥ ਗੇਨ ਕਰਨ ਦੇ ਵਿੱਚ ਵੀ ਬਹੁਤ ਟਾਈਮ ਲੱਗ ਜੂਗਾ। ਇਸ ਕਰਕੇ ਆਪਣੇ ਕੋਲ ਜਿਹੜਾ ਸਾਈਕਲੋਟਰੋਨ ਆ ਉਹ ਵਰਕ ਨਹੀਂ ਕਰੂਗਾ। ਓਕੇ ਜੀ, ਉਹ ਵਰਕਿੰਗ ਕੀ ਕਰ ਦੂਗਾ ਸਟਾਪ। ਤਾਂ ਇਸ ਕਰਕੇ ਜਿਹੜਾ ਚਾਰਜ ਪਾਰਟੀਕਲ ਆ ਜਿਹੜਾ ਆਪਣੇ ਕੋਲ ਸਾਈਕਲੋਟਰੋਨ ਹੈ ਉਹ ਕਿਹਦੇ ਲਈ ਯੂਜ਼ ਕੀਤਾ ਜਾਂਦਾ, ਉਹ ਸਿੰਪਲੀ ਹੈਵੀ ਪਾਰਟੀਕਲਸ ਲਾਈਕ ਜਿਵੇਂ ਪ੍ਰੋਟੋਨ ਦੇ ਲਈ ਯੂਜ਼ ਕੀਤਾ ਜਾਂਦਾ, ਡਿਊਟਰੋਨਸ ਦੇ ਲਈ ਜਾਂ ਫਿਰ ਐਲਫਾ ਪਾਰਟੀਕਲਸ ਦੇ ਲਈ ਉਹ ਯੂਜ਼ ਕੀਤਾ ਜਾਂਦਾ। ਓਕੇ ਬੇਟਾ, ਦੈਟਸ ਆਲ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਸਾਈਕਲੋਟਰੋਨ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਇਹਨੂੰ ਚੰਗੀ ਤਰ੍ਹਾਂ ਕਰ ਲਿਓ ਕਿਉਂਕਿ ਦਿਸ ਟੌਪਿਕ ਇਜ਼ ਵੈਰੀ ਵੈਰੀ ਇੰਪੋਰਟੈਂਟ। ਦੈਟਸ ਆਲ।